ਹਾਂਜੀ ਕਹਾਣੀ ਦੇ ਸਟਾਰਟ 'ਚ ਇੱਕ ਟਰੱਕ ਨੂੰ ਵਿਖਾਇਆ ਜਾਂਦਾ ਜਿਹੜਾ ਕਿ ਇੱਕ ਸੁਨਸਾਨ ਵੀਰਾਨ ਜਗ੍ਹਾ ਤੋਂ ਗੁਜ਼ਰਿਆ ਹੁੰਦਾ ਔਰ ਇਹਦੇ 'ਚ ਬਹੁਤ ਜ਼ਿਆਦਾ ਮੈਕਸੀਕਨ ਲੋਕ ਹੁੰਦੇ ਨੇ ਜਿਨ੍ਹਾਂ ਦੀ ਆਪਣੀਆਂ ਸਟੋਰੀਆਂ ਔਰ ਆਪਣੇ ਖਾਬ ਹੁੰਦੇ ਨੇ ਔਰ ਇਹਨਾਂ ਲੋਕਾਂ ਦੇ ਵਿੱਚ ਇੱਕ ਆਦਮੀ ਜਿਹਦਾ ਨਾਮ ਮੋਇਜ਼ਸ ਹੁੰਦਾ ਹੈ ਔਰ ਇਹਦੇ ਹੱਥ 'ਚ ਇੱਕ ਟੈਡੀ ਬੇਅਰ ਹੈ ਜਿਹੜਾ ਕਿਸੇ ਵੀ ਟਾਈਮ ਵੱਜਣਾ ਸ਼ੁਰੂ ਹੋ ਜਾਂਦਾ ਹੈ ਔਰ ਮੋਇਜ਼ਸ ਨੂੰ ਨਹੀਂ ਪਤਾ ਹੁੰਦਾ ਕਿ ਇਹਨੂੰ ਬੰਦ ਕਿਸ ਤਰ੍ਹਾਂ ਕਰੀਦਾ ਪਰ ਉਹਦੇ ਨਾਲ ਵਾਲਾ ਬੰਦਾ ਕਹਿੰਦਾ ਕਿ ਇਹਦੇ ਪੇਟ ਨੂੰ ਦਬਾ ਔਰ ਜਿਸ ਟਾਈਮ ਉਹ ਦਬਾਉਂਦਾ ਤੇ ਟੈਡੀ ਬੇਅਰ ਵੱਜਣਾ ਬੰਦ ਹੋ ਜਾਂਦਾ ਹੈ। ਦਰਅਸਲ ਸਾਰੇ ਦੇ ਸਾਰੇ ਮੈਕਸੀਕੋ ਦਾ ਬਾਰਡਰ ਪਾਰ ਕਰਕੇ ਇਲੀਗਲੀ ਤਰੀਕੇ ਨਾਲ ਅਮਰੀਕਾ ਦਾਖਲ ਹੋਣਾ ਚਾਹੁੰਦੇ ਨੇ ਤਾਂ ਕਿ ਇਹਨਾਂ ਦੀ ਜ਼ਿੰਦਗੀ ਬਿਹਤਰ ਹੋ ਸਕੇ। ਲੇਕਿਨ ਇਸ ਤੋਂ ਪਹਿਲਾਂ ਕਿ ਮੈਕਸੀਕੋ ਔਰ ਅਮਰੀਕਾ ਦੇ ਬਾਰਡਰ ਦੇ ਕੋਲੇ ਪਹੁੰਚਦੇ ਇਹਨਾਂ ਦਾ ਟਰੱਕ ਖਰਾਬ ਹੋ ਜਾਂਦਾ ਔਰ ਇਸੇ ਵਾਸਤੇ ਡਰਾਈਵਰ ਪਿੱਛੇ ਬੈਠੇ ਲੋਕਾਂ ਕੋਲ ਪੁੱਛਦਾ ਤੁਹਾਡੇ 'ਚ ਕੋਈ ਮਕੈਨਿਕ ਹੈ ਔਰ ਇਹਨਾਂ ਵਿੱਚ ਜਿਹੜਾ ਮੌਜੂਦ ਹੁੰਦਾ ਉਹ ਆਪਣਾ ਹੱਥ ਚੁੱਕਦਾ ਔਰ ਕਹਿੰਦਾ ਹਾਂ ਔਰ ਉਹ ਫਿਰ ਟਰੱਕ ਨੂੰ ਚੈੱਕ ਕਰਦਾ ਔਰ ਉਹ ਕਹਿੰਦਾ ਕਿ ਟਰੱਕ ਠੀਕ ਨਹੀਂ ਹੋ ਸਕਦਾ, ਇਹਨੂੰ ਇੱਥੋਂ ਦੂਸਰੇ ਟਰੱਕ ਦੀ ਮਦਦ ਨਾਲ ਹੀ ਲੈ ਕੇ ਜਾਇਆ ਜਾ ਸਕਦਾ ਹੈ। ਔਰ ਹੁਣ ਜਿੰਨੇ ਵੀ ਮੈਕਸੀਕਨ ਪੈਸੇਂਜਰ ਹੁੰਦੇ ਨੇ ਜਿਹੜੇ ਅਮਰੀਕਾ ਜਾਣਾ ਚਾਹੁੰਦੇ ਨੇ ਉਹਨਾਂ ਕੋਲੇ ਸਿਵਾਏ ਹੁਣ ਪੈਦਲ ਜਾਣੇ ਤੋਂ ਇਲਾਵਾ ਕੋਈ ਵੀ ਦੂਸਰਾ ਰਸਤਾ ਨਹੀਂ ਹੁੰਦਾ। ਇਸੇ ਵਾਸਤੇ ਸਾਰੇ ਦੇ ਸਾਰੇ ਅਮਰੀਕਾ ਬਾਰਡਰ ਦੀ ਤਰਫ ਪੈਦਲ ਚੱਲਣਾ ਸ਼ੁਰੂ ਕਰ ਦਿੰਦੇ ਨੇ ਔਰ ਉੱਥੇ ਨੁਕੀਲੀ ਕਾਂਟੇਦਾਰ ਤਾਰਾਂ ਹੁੰਦੀਆਂ ਨੇ ਔਰ ਫਿਰ ਸਾਰੇ ਉਹ ਤਾਰਾਂ ਨੂੰ ਪਾਰ ਕਰਕੇ ਅਮਰੀਕਾ 'ਚ ਦਾਖਲ ਹੋ ਜਾਂਦੇ ਨੇ। ਔਰ ਦੂਸਰੀ ਤਰਫ ਇੱਕ ਟਰੱਕ ਵਿਖਾਇਆ ਜਾਂਦਾ ਜਿਹਦੇ 'ਚ ਇੱਕ ਆਦਮੀ ਹੈ ਔਰ ਉਹ ਸ਼ਰਾਬ ਪੀ ਰਿਹਾ ਹੁੰਦਾ ਔਰ ਉਹਦੇ ਨਾਲ ਉਹਦਾ ਕੁੱਤਾ ਵੀ ਹੁੰਦਾ ਜਿਹਦਾ ਨਾਂ ਟਰੈਕਰ ਹੈ ਔਰ ਇਹ ਇੱਥੇ ਖਰਗੋਸ਼ ਦਾ ਸ਼ਿਕਾਰ ਕਰਨ ਵਾਸਤੇ ਆਇਆ ਹੁੰਦਾ ਔਰ ਜਿਸ ਟਾਈਮ ਉਹ ਖਰਗੋਸ਼ ਦਾ ਸ਼ਿਕਾਰ ਕਰਨ ਵਾਸਤੇ ਗੋਲੀ ਚਲਾਉਂਦਾ ਹੈ ਔਰ ਗੋਲੀ ਦੀ ਆਵਾਜ਼ ਸੁਣ ਕੇ ਜਿੰਨੇ ਵੀ ਮੈਕਸੀਕਨ ਲੋਕ ਹੁੰਦੇ ਨੇ ਉਹ ਸਾਰੇ ਭੱਜਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਉਹਨਾਂ ਸਾਰਿਆਂ ਨੂੰ ਪਤਾ ਕਿ ਉਹ ਲੀਗਲੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਏ ਨੇ। ਔਰ ਇਸ ਸੁਨਸਾਨ ਵੀਰਾਨ ਜਗ੍ਹਾ ਤੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਕਿ ਔਰ ਥੋੜੇ ਟਾਈਮ ਤੋਂ ਬਾਅਦ ਇਹਨਾਂ ਨੂੰ ਪਾਣੀ ਪੀਣੇ ਦੀ ਜ਼ਰੂਰਤ ਪੈਂਦੀ ਹੈ ਔਰ ਸਾਰੇ ਇੱਕ ਜਗ੍ਹਾ ਤੇ ਬਹਿ ਕੇ ਰੈਸਟ ਕਰਦੇ ਨੇ ਔਰ ਫਿਰ ਸਾਰੇ ਇੱਥੋਂ ਵਧਣਾ ਅੱਗੇ ਸ਼ੁਰੂ ਕਰ ਦਿੰਦੇ ਨੇ ਔਰ ਫਿਰ ਉਸ ਬੰਦੇ ਨੂੰ ਵਿਖਾਇਆ ਜਾਂਦਾ ਜਿਹਨੇ ਥੋੜੀ ਦੇਰ ਪਹਿਲਾਂ ਖਰਗੋਸ਼ ਦਾ ਸ਼ਿਕਾਰ ਕੀਤਾ ਔਰ ਇਹਦਾ ਨਾਮ ਸੈਮ ਹੁੰਦਾ ਹੈ ਔਰ ਉਹਨੂੰ ਇੱਕ ਅਮਰੀਕਨ ਪੁਲਿਸ ਵਾਲਾ ਰੋਕਦਾ ਹੈ ਔਰ ਪੁਲਿਸ ਵਾਲਾ ਸੈਮ ਨੂੰ ਪੁੱਛਦਾ ਕਿ ਤੂੰ ਰਸਤਾ ਭੁੱਲ ਤੇ ਨਹੀਂ ਗਿਆ ਔਰ ਉਹ ਕਹਿੰਦਾ ਨਹੀਂ ਮੈਂ ਇੱਥੇ ਖਰਗੋਸ਼ ਦਾ ਸ਼ਿਕਾਰ ਕਰਨ ਆਇਆ ਔਰ ਸ਼ਾਇਦ ਮੈਨੂੰ ਖਰਗੋਸ਼ ਦਾ ਸ਼ਿਕਾਰ ਕਰਨ ਵਾਸਤੇ ਕਿਸੇ ਪਰਮਿਟ ਦੀ ਜ਼ਰੂਰਤ ਨਹੀਂ। ਪੁਲਿਸ ਵਾਲਾ ਕਹਿੰਦਾ ਨਹੀਂ ਲੇਕਿਨ ਤੈਨੂੰ ਬਾਰਡਰ ਤੋਂ ਦੂਰ ਰਹਿਣਾ ਪਵੇਗਾ ਔਰ ਸੈਮ ਪੁਲਿਸ ਵਾਲੇ ਨੂੰ ਕਹਿੰਦਾ ਕਿ ਮੈਂ ਨਿਊਜ਼ ਸੁਣੀ ਹੈ ਬਹੁਤ ਸਾਰੇ ਮੈਕਸੀਕਨ ਲੋਕ ਇੱਥੋਂ ਅਮਰੀਕਾ 'ਚ ਇਲੀਗਲੀ ਤਰੀਕੇ ਨਾਲ ਦਾਖਲ ਹੁੰਦੇ ਨੇ। ਪੁਲਿਸ ਵਾਲਾ ਕਹਿੰਦਾ ਕਿ ਮੈਂ ਇਸ ਬਾਰੇ 'ਚ ਕੁਝ ਵੀ ਨਹੀਂ ਸੁਣਿਆ ਔਰ ਉਸ ਤੋਂ ਬਾਅਦ ਉਹ ਚਲਾ ਜਾਂਦਾ ਔਰ ਇਸ ਤੋਂ ਬਾਅਦ ਸੈਮ ਖਰਗੋਸ਼ ਦਾ ਸ਼ਿਕਾਰ ਕਰਨ ਵਾਸਤੇ ਜਾਂਦਾ ਹੈ ਔਰ ਉਹਨੂੰ ਉੱਥੇ ਝਾੜੀਆਂ 'ਚ ਇੱਕ ਰੁਮਾਲ ਮਿਲਦਾ ਹੈ ਔਰ ਇਸ ਰੁਮਾਲ ਨੂੰ ਆਪਣੇ ਡੌਗ ਨੂੰ ਜਿਹਦਾ ਨਾਂ ਟਰੈਕਰ ਹੈ ਉਹਨੂੰ ਸੰਘਾਉਂਦਾ ਹੈ ਔਰ ਕਹਿੰਦਾ ਫਾਈਂਡ ਔਰ ਉਹਦਾ ਡੌਗ ਉਸ ਤਰਫ ਭੱਜਣਾ ਸ਼ੁਰੂ ਕਰ ਦਿੰਦਾ ਹੈ ਜਿੱਥੋਂ ਥੋੜੀ ਦੇਰ ਪਹਿਲਾਂ ਮੈਕਸੀਕਨ ਲੋਕ ਬਾਰਡਰ ਕ੍ਰਾਸ ਕਰਕੇ ਅਮਰੀਕਾ ਦਾਖਲ ਹੋਏ ਨੇ ਕਿਉਂਕਿ ਉਹਨਾਂ ਵਿੱਚੋਂ ਹੀ ਕਿਸੇ ਦਾ ਇੱਕ ਦਾ ਰੁਮਾਲ ਹੁੰਦਾ ਹੈ। ਔਰ ਸੈਮ ਜਿਸ ਟਾਈਮ ਆਪਣੇ ਡੌਗ ਦੇ ਪਿੱਛੇ ਜਾਂਦਾ ਔਰ ਵੇਖਦਾ ਹੈ ਕਿ ਉਹਨੂੰ ਬਹੁਤ ਦੂਰ ਬਹੁਤ ਸਾਰੇ ਮੈਕਸੀਕਨ ਲੋਕ ਨਜ਼ਰ ਆਉਂਦੇ ਨੇ ਜਿਹੜੇ ਕਿ ਅਮਰੀਕਾ ਦੀ ਜ਼ਮੀਨ 'ਚ ਦਾਖਲ ਹੋ ਚੁੱਕੇ ਨੇ। ਹਾਲਾਂਕਿ ਇਹ ਸਾਰੇ ਦੇ ਸਾਰੇ ਨਹੀਂ ਹੁੰਦੇ ਕਿਉਂਕਿ ਇਹਨਾਂ 'ਚੋਂ 5 ਲੋਕ ਪਿੱਛੇ ਰਹਿ ਗਏ ਹੁੰਦੇ ਨੇ ਜਿਹੜੇ ਇਹਨਾਂ ਨੂੰ ਕਈ ਵਾਰੀ ਆਵਾਜ਼ ਵੀ ਲਾ ਚੁੱਕੇ ਹੁੰਦੇ ਨੇ ਲੇਕਿਨ ਇਹ ਲੋਕ ਉਹਨਾਂ ਵਾਸਤੇ ਨਹੀਂ ਰੁਕਦੇ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਕਿ ਇੱਥੇ ਬਹੁਤ ਜ਼ਿਆਦਾ ਖਤਰਾ ਹੈ। ਇਸੇ ਵਾਸਤੇ ਇੱਥੋਂ ਜਲਦ ਤੋਂ ਜਲਦ ਨਿਕਲਣਾ ਚਾਹੁੰਦੇ ਨੇ ਲੇਕਿਨ ਉਹ 5 ਲੋਕ ਸੈਮ ਨੂੰ ਵੇਖ ਲੈਂਦੇ ਨੇ ਔਰ ਉਹਨੂੰ ਵੇਖਣੇ ਤੋਂ ਬਾਅਦ ਛੁਪ ਜਾਂਦੇ ਨੇ ਔਰ ਉਹ ਵੇਖਦੇ ਨੇ ਕਿ ਸੈਮ ਆਪਣੀ ਰਾਈਫਲ ਕੱਢਦਾ ਹੈ ਔਰ ਇੱਕ ਇੱਕ ਕਰਕੇ ਸਾਰਿਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਔਰ ਜਿੰਨੇ ਵੀ ਉੱਥੇ ਲੋਕ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਗੋਲੀ ਮਾਰ ਦਿੰਦਾ। ਹਾਲਾਂਕਿ ਉੱਥੋਂ ਸਾਰੇ ਦੌੜਨੇ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਇਹ ਖੁੱਲੀ ਜਗ੍ਹਾ ਤੇ ਹੁੰਦੇ ਨੇ ਇਸੇ ਵਾਸਤੇ ਬਚ ਨਹੀਂ ਸਕਦੇ। ਔਰ ਇੱਥੇ ਸਾਨੂੰ ਪਤਾ ਲੱਗਦਾ ਕਿ ਸੈਮ ਇੱਕ ਆਮ ਇਨਸਾਨ ਨਹੀਂ ਹੈ, ਉਹ ਮੈਂਟਲੀ ਸਟੇਬਲ ਨਹੀਂ ਹੈ ਬਲਕਿ ਉਹ ਇੱਕ ਸਾਈਕੋ ਹੈ ਔਰ ਇਹਨਾਂ ਨੂੰ ਮਾਰਨੇ ਤੋਂ ਬਾਅਦ ਉਹਨੂੰ ਲੱਗਦਾ ਕਿ ਉਹਨੇ ਸਾਰਿਆਂ ਨੂੰ ਮਾਰ ਦਿੱਤਾ ਹੈ ਔਰ ਹੁਣ ਉਹ ਆਪਣੇ ਡੌਗ ਨੂੰ ਗੱਡੀ 'ਚ ਬਹਿਣ ਵਾਸਤੇ ਕਹਿੰਦਾ ਕਿਉਂਕਿ ਉਹ ਹੁਣ ਇੱਥੋਂ ਜਾਣਾ ਚਾਹੁੰਦਾ ਹੈ ਲੇਕਿਨ ਉਹਦਾ ਡੌਗ ਟਰੈਕਰ ਗੱਡੀ 'ਚ ਨਹੀਂ ਬਹਿ ਰਿਹਾ ਹੁੰਦਾ, ਉਹ ਇੱਕ ਸਾਈਡ ਵੇਖ ਕੇ ਭੌਂਕ ਰਿਹਾ ਹੁੰਦਾ ਹੈ ਔਰ ਸੈਮ ਸਮਝ ਜਾਂਦਾ ਕਿ ਕੁਝ ਹੋਰ ਵੀ ਹਲੇ ਲੋਕ ਨੇ ਜਿਹੜੇ ਇਹਨਾਂ ਦੇ ਸਾਥੀ ਨੇ ਔਰ ਹੁਣ ਕਿਤੇ ਛੁਪੇ ਨੇ ਔਰ ਫਿਰ ਸੈਮ ਆਪਣੀ ਰਾਈਫਲ ਦੀ ਦੂਰਬੀਨ ਨਾਲ ਵੇਖਦਾ ਹੈ ਔਰ ਉਹਨੂੰ ਦੂਰ ਕੁਝ ਲੋਕਾਂ ਦੇ ਸਰ ਨਜ਼ਰ ਆਉਂਦੇ ਨੇ ਔਰ ਫਿਰ ਉਹ ਆਪਣੇ ਡੌਗ ਦੇ ਨਾਲ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਹੈ ਔਰ ਆਪਣੇ ਡੌਗ ਨੂੰ ਉਹਨਾਂ ਦੇ ਪਿੱਛੇ ਭੇਜਦਾ ਹੈ ਔਰ ਉਹ ਪੰਜੇ ਦੇ ਪੰਜੇ ਦੌੜਨਾ ਸ਼ੁਰੂ ਕਰ ਦਿੰਦੇ ਨੇ ਲੇਕਿਨ ਸੈਮ ਦਾ ਡੌਗ ਉਹਨਾਂ ਪੰਜਾਂ 'ਚ ਇੱਕ ਦੀ ਗਰਦਨ ਨੂੰ ਦਬੋਚ ਲੈਂਦਾ ਹੈ ਔਰ ਉਹਨੂੰ ਉੱਥੇ ਮਾਰਨੇ ਤੋਂ ਬਾਅਦ ਜਿਹੜੇ 4 ਪਿੱਛੇ ਬਚੇ ਹੁੰਦੇ ਨੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਹੈ। ਲੇਕਿਨ ਇਸ ਤੋਂ ਪਹਿਲਾਂ ਟਰੈਕਰ ਉਹਨਾਂ ਕੋਲੇ ਪਹੁੰਚਦਾ ਇਹ ਸਾਰੇ ਦੇ ਸਾਰੇ ਇੱਕ ਦਰਖਤ ਦੇ ਸਹਾਰੇ ਇੱਕ ਚਟਾਨ ਦੇ ਉੱਤੇ ਚੜ ਜਾਂਦੇ ਨੇ ਔਰ ਟਰੈਕਰ ਉਹਨਾਂ ਕੋਲੇ ਨਹੀਂ ਪਹੁੰਚ ਪਾਉਂਦਾ ਔਰ ਸੈਮ ਵੀ ਹੁਣ ਉਹਨਾਂ ਕੋਲੇ ਪਹੁੰਚ ਜਾਂਦਾ ਔਰ ਉਹ ਆਪਣੀ ਰਾਈਫਲ ਲੈ ਕੇ ਉੱਤੇ ਚੜ ਜਾਂਦਾ ਔਰ ਉਹ ਚਾਰੇ ਦੇ ਚਾਰੇ ਆਪਣੀ ਜਾਨ ਬਚਾਉਣ ਵਾਸਤੇ ਦੌੜ ਰਹੇ ਹੁੰਦੇ ਨੇ ਔਰ ਹੁਣ ਟਰੈਕਰ ਵੀ ਦੂਸਰੇ ਰਸਤੇ ਤੋਂ ਉਹਨਾਂ ਨੂੰ ਚੇਜ਼ ਕਰਨਾ ਸ਼ੁਰੂ ਕਰ ਦਿੰਦਾ ਔਰ ਇਹਨਾਂ ਚਾਰਾਂ ਦੇ ਅੱਗੇ ਇੱਕ ਖਾਈ ਆ ਜਾਂਦੀ ਹੈ ਜਿਹਨੂੰ ਪਾਰ ਕਰਨ ਵਾਸਤੇ ਇਹਨਾਂ ਨੂੰ ਜੰਪ ਕਰਕੇ ਅਗਲੇ ਪੱਥਰ ਤੇ ਜਾਣਾ ਪਵੇਗਾ ਔਰ ਇੱਕ ਇੱਕ ਕਰਕੇ ਸਾਰੇ ਜੰਪ ਕਰ ਰਹੇ ਹੁੰਦੇ ਨੇ ਲੇਕਿਨ ਇਹਨਾਂ ਚਾਰਾਂ 'ਚ ਇੱਕ ਹੁੰਦਾ ਜਿਹਨੂੰ ਡਰ ਲੱਗ ਰਿਹਾ ਹੁੰਦਾ ਲੇਕਿਨ ਅਗਰ ਉਹ ਜੰਪ ਨਹੀਂ ਕਰੇਗਾ ਤਾਂ ਪਿੱਛੋਂ ਟਰੈਕਰ ਆ ਕੇ ਉਹਨੂੰ ਮਾਰ ਦੇਵੇਗਾ। ਇਸੇ ਵਾਸਤੇ ਉਹਨੂੰ ਜੰਪ ਕਰਨਾ ਪੈਂਦਾ ਲੇਕਿਨ ਉਹ ਪੂਰੀ ਤਰ੍ਹਾਂ ਦੂਸਰੇ ਪੱਥਰ ਤੇ ਨਹੀਂ ਪਹੁੰਚ ਪਾਉਂਦਾ ਲੇਕਿਨ ਇਸ ਤੋਂ ਪਹਿਲਾਂ ਉਹ ਥੱਲੇ ਡਿੱਗਦਾ ਮੋਇਸਸ ਜਿਹੜਾ ਕਿ ਇੱਕ ਮਕੈਨਿਕ ਹੈ ਉਹਦਾ ਹੱਥ ਫੜ ਲੈਂਦਾ ਔਰ ਉਹ ਉਹਨੂੰ ਉੱਤੇ ਖਿੱਚਣੇ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਕਿ ਔਰ
ਦੂਰੋਂ ਇਹ ਸੈਮ ਵੇਖ ਲੈਂਦਾ ਹੈ ਔਰ ਆਪਣੀ ਰਾਈਫਲ ਨਾਲ ਉਹਨਾਂ ਤੇ ਨਿਸ਼ਾਨਾ ਲਾਉਂਦਾ ਹੈ ਔਰ ਜਿਹੜਾ ਬੰਦਾ ਲਟਕੇ ਆਉਂਦਾ ਹੈ ਉਹਨੂੰ ਗੋਲੀ ਮਾਰ ਦਿੰਦਾ ਹੈ ਔਰ ਉਹ ਥੱਲੇ ਡਿੱਗ ਜਾਂਦਾ ਹੈ ਔਰ ਇਸ ਤੋਂ ਬਾਅਦ ਉਹ ਮੋਇਸਸ ਤੇ ਵੀ ਬਹੁਤ ਜ਼ਿਆਦਾ ਗੋਲੀਆਂ ਚਲਾਉਂਦਾ ਹੈ, ਲੇਕਿਨ ਉਹਨੂੰ ਗੋਲੀ ਨਹੀਂ ਲੱਗਦੀ, ਉਹ ਬਚ ਜਾਂਦਾ ਹੈ ਔਰ ਉਹ ਆਪਣੇ ਦੋ ਸਾਥੀਆਂ ਦੇ ਨਾਲ ਉੱਥੋਂ ਨਿਕਲ ਜਾਂਦਾ। ਲੇਕਿਨ ਸੈਮ ਔਰ ਉਹਦਾ ਡੌਗ ਟਰੈਕਰ ਉਹਨਾਂ ਦਾ ਪਿੱਛਾ ਨਹੀਂ ਛੱਡਦੇ। ਟਰੈਕਰ ਸੈਮ ਦੀ ਹਰ ਇੱਕ ਗੱਲ ਮੰਨਦਾ, ਬਹੁਤ ਹੀ ਇੰਟੈਲੀਜੈਂਟ ਡੌਗ ਹੈ, ਇਸ ਵਾਸਤੇ ਉਹ ਜਿੱਥੇ ਵੀ ਲੋਕ ਜਾਂਦੇ ਨੇ ਟਰੈਕਰ ਸੈਮ ਨੂੰ ਉੱਥੇ ਲੈ ਜਾਂਦਾ ਹੈ ਔਰ ਇਹ ਤਿੰਨੇ ਦੇ ਤਿੰਨੇ ਚਟਾਨਾਂ ਦੇ ਸਹਾਰੇ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਔਰ ਟਰੈਕਰ ਸੈਮ ਨੂੰ ਫਿਰ ਇੱਕ ਵਾਰੀ ਉਸ ਜਗ੍ਹਾ ਤੇ ਲੈ ਆਉਂਦਾ ਹੈ ਜਿੱਥੇ ਸੈਮ ਵੀ ਚਟਾਨਾਂ ਦੇ ਸਹਾਰੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਔਰ ਆਸਤਾ ਆਸਤਾ ਇਹਨਾਂ ਕੋਲੇ ਪਹੁੰਚ ਜਾਂਦਾ ਹੈ। ਲੇਕਿਨ ਸੈਮ ਤਿੰਨਾਂ ਨੂੰ ਨਹੀਂ ਵੇਖ ਪਾਉਂਦਾ, ਲੇਕਿਨ ਇੱਕ ਨੂੰ ਵੇਖ ਲੈਂਦਾ ਹੈ ਔਰ ਜਿਸ ਟਾਈਮ ਉਹਨੂੰ ਸੈਮ ਗੋਲੀ ਮਾਰਨ ਲੱਗਦਾ ਹੈ ਉਹ ਆਪੂ ਹੀ ਥੱਲੇ ਡਿੱਗ ਜਾਂਦਾ ਹੈ ਔਰ ਥੱਲੇ ਟਰੈਕਰ ਹੁੰਦਾ ਔਰ ਟਰੈਕਰ ਉਸ ਬੰਦੇ ਤੇ ਹਮਲਾ ਕਰ ਦਿੰਦਾ ਹੈ ਔਰ ਇਸ ਤੋਂ ਬਾਅਦ ਸੈਮ ਵੀ ਉੱਥੇ ਪਹੁੰਚ ਜਾਂਦਾ ਹੈ ਔਰ ਉਸ ਆਦਮੀ ਨੂੰ ਜਿਹੜਾ ਉੱਤੋਂ ਥੱਲੇ ਡਿੱਗਿਆ ਹੁੰਦਾ ਉਹਨੂੰ ਗੋਲੀ ਮਾਰ ਕੇ ਮਾਰ ਦਿੰਦਾ ਹੈ ਔਰ ਠੀਕ ਸੈਮ ਦੇ ਉੱਤੇ ਮੋਇਸਸ ਔਰ ਇੱਕ ਲੜਕੀ ਹੁੰਦੇ ਨੇ ਔਰ ਉਹਨਾਂ ਦੋਵੇਂ ਹੀ ਬਸ ਬਚੇ ਹੁੰਦੇ ਨੇ, ਲੇਕਿਨ ਇਹਨਾਂ ਦੋਵਾਂ ਨੇ ਆਪਣੇ ਆਪ ਨੂੰ ਇੱਕ ਚਟਾਨ ਦੇ ਵਿੱਚ ਛੁਪਾਇਆ ਹੁੰਦਾ ਹੈ, ਇਸ ਵਾਸਤੇ ਸੈਮ ਇਹਨਾਂ ਨੂੰ ਨਹੀਂ ਵੇਖ ਸਕਦਾ। ਫਿਰ ਮੋਇਸਸ ਦੇ ਬੈਗ 'ਚ ਜਿਹੜਾ ਟੈਡੀ ਬੇਅਰ ਹੁੰਦਾ ਹੈ ਉਹ ਵੱਜਣਾ ਸ਼ੁਰੂ ਹੋ ਜਾਂਦਾ ਹੈ ਔਰ ਮੋਇਸਸ ਆਪਣੇ ਬੈਗ 'ਚੋਂ ਜਲਦੀ ਨਾਲ ਉਹਨੂੰ ਕੱਢ ਕੇ ਬੰਦ ਕਰ ਦਿੰਦਾ ਹੈ। ਹਾਲਾਂਕਿ ਥੱਲੇ ਸੈਮ ਔਰ ਟਰੈਕਰ ਨੂੰ ਸ਼ੱਕ ਹੋ ਜਾਂਦਾ ਹੈ, ਲੇਕਿਨ ਇਹਨਾਂ ਨੂੰ ਵੇਖ ਨਹੀਂ ਸਕਦੇ ਔਰ ਇੱਥੋਂ ਨਿਕਲਣਾ ਸ਼ੁਰੂ ਕਰ ਦਿੰਦੇ ਨੇ। ਇਸ ਤੋਂ ਬਾਅਦ ਮੋਇਸਸ ਔਰ ਉਹਦੇ ਨਾਲ ਜਿਹੜੀ ਲੜਕੀ ਹੁੰਦੀ ਜਿਹਦਾ ਨਾਮ ਐਡਲੀ ਹੁੰਦਾ ਉਹ ਵੀ ਦੋਏ ਉੱਥੋਂ ਨਿਕਲ ਜਾਂਦੇ ਨੇ ਔਰ ਹੁਣ ਰਾਤ ਹੋਣ ਵਾਲੀ ਹੁੰਦੀ ਹੈ ਔਰ ਇੱਕ ਜਗ੍ਹਾ ਤੇ ਬਹਿ ਜਾਂਦੇ ਨੇ ਔਰ ਐਡਲੀ ਮੋਇਸਸ ਨੂੰ ਕਹਿੰਦੀ ਹੈ ਕਿ ਉਹ ਕਦੀ ਵੀ ਆਪਣੇ ਗਾਉਂ 'ਚ ਨਿਕਲਣਾ ਨਹੀਂ ਸੀ ਚਾਹੁੰਦੀ ਹੈ, ਲੇਕਿਨ ਉਹਦੇ ਮਾਪਿਓ ਨੂੰ ਲੱਗਦਾ ਸੀ ਕਿ ਉਹਦੇ ਵਾਸਤੇ ਇਹ ਗਾਉਂ ਮਹਿਫੂਜ਼ ਨਹੀਂ ਹੈ ਔਰ ਉਹ ਚਾਹੁੰਦੇ ਸਨ ਕਿ ਹਮੇਸ਼ਾ ਵਾਸਤੇ ਇਹ ਅਮਰੀਕਾ ਟੁਰ ਜਾਵੇ। ਐਸੇ ਵਾਸਤੇ ਉਹਨਾਂ ਨੇ ਐਡਲੀ ਨੂੰ ਇੱਕ ਬੰਦੇ ਦੇ ਨਾਲ ਉੱਥੋਂ ਰਵਾਨਾ ਕੀਤਾ ਸੀ ਔਰ ਉਹ ਬੰਦਾ ਵੀ ਹੁਣ ਮਰ ਚੁੱਕਿਆ ਹੈ ਔਰ ਫਿਰ ਮੋਇਸਸ ਉਸ ਲੜਕੀ ਨੂੰ ਦੱਸਦਾ ਹੈ ਕਿ ਮੇਰੀ ਫੈਮਿਲੀ ਆਕਲੈਂਡ 'ਚ ਹੈ, ਯਾਨੀ ਕਿ ਅਮਰੀਕਾ 'ਚ ਹੈ, ਜਿਹੜੇ ਅੱਜ ਵੀ ਉਹਦਾ ਇੰਤਜ਼ਾਰ ਕਰ ਰਹੇ ਹੁੰਦੇ ਨੇ ਔਰ ਉਹ ਕਹਿੰਦਾ ਕਿ ਮੈਂ ਉੱਥੇ ਇਲੀਗਲੀ ਤਰੀਕੇ ਨਾਲ ਰਹਿੰਦਾ ਸੀ ਔਰ ਉਹਦੇ ਕੋਲੋਂ ਗਲਤੀ ਨਾਲ ਇੱਕ ਵਾਰੀ ਗੱਡੀ ਦੀ ਹੈਡਲਾਈਟ ਟੁੱਟ ਗਈ ਜਿਹਦੀ ਵਜ੍ਹਾ ਤੋਂ ਪੁਲਿਸ ਨੇ ਉਹਨੂੰ ਉੱਥੇ ਫੜ ਲਿਆ ਔਰ ਇਸ ਤੋਂ ਬਾਅਦ ਡਿਸਾਈਡ ਕੀਤਾ ਗਿਆ ਕਿ ਉਹਨੂੰ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਜਾਏਗਾ ਔਰ ਜਿਸ ਦਿਨ ਉਹਨੂੰ ਭੇਜ ਦਿੱਤਾ ਜਾਣਾ ਸੀ ਤੇ ਉਸ ਦਿਨ ਮੋਇਸਸ ਦਾ ਛੋਟਾ ਬੇਟਾ ਉਹਨੂੰ ਮਿਲਣ ਵਾਸਤੇ ਆਇਆ ਔਰ ਉਹਦੇ ਹੱਥ 'ਚ ਜਿਹੜਾ ਟੈਡੀ ਬੇਅਰ ਹੁੰਦਾ ਉਹ ਕਹਿੰਦਾ ਕਿ ਮੇਰੇ ਬੇਟੇ ਨੇ ਮੈਨੂੰ ਦਿੱਤਾ ਸੀ ਔਰ ਮੈਂ ਉਹਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਵਾਪਸ ਆ ਕੇ ਟੈਡੀ ਬੇਅਰ ਤੈਨੂੰ ਵਾਪਸ ਦਵਾਂਗਾ। ਹਾਲਾਂਕਿ ਮੇਰੀ ਬੀਵੀ ਨੇ ਆਪਣੇ ਬੇਟੇ ਨਾਲ ਇਸ ਤਰ੍ਹਾਂ ਦਾ ਵਾਅਦਾ ਕਰਨ ਵਾਸਤੇ ਮਨਾ ਕੀਤਾ ਸੀ ਕਿਉਂਕਿ ਉਹਨੂੰ ਲੱਗਦਾ ਕਿ ਮੈਂ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕਰਦਾ ਔਰ ਫਿਰ ਇਸ ਤੋਂ ਬਾਅਦ ਮੈਨੂੰ ਮੈਕਸੀਕੋ ਵਾਪਸ ਭੇਜ ਦਿੱਤਾ ਗਿਆ ਔਰ ਹੁਣ ਮੈਂ ਵਾਪਸ ਅਮਰੀਕਾ ਜਾਣਾ ਚਾਹਨਾ, ਆਪਣੇ ਬੇਟੇ ਨੂੰ ਉਹਦਾ ਟੈਡੀ ਬੇਅਰ ਵਾਪਸ ਕਰਨਾ ਚਾਹਨਾ। ਔਰ ਫਿਰ ਦੂਜੀ ਸਾਈਡ ਸੈਮ ਨੂੰ ਵਹਾਇਆ ਜਾਂਦਾ ਜਿਹੜਾ ਕਿ ਰਾਤ ਦੇ ਟਾਈਮ ਇਸ ਸੁਨਸਾਨ ਜਗ੍ਹਾ ਤੇ ਅੱਗ ਬਾਲ ਕੇ ਬੈਠਿਆ ਹੁੰਦਾ ਔਰ ਇਸ ਬੀਅਰ 'ਚ ਜਿਸ ਤਰ੍ਹਾਂ ਦਿਨ ਦੇ ਟਾਈਮ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਲੇਕਿਨ ਰਾਤ ਨੂੰ ਉਤਨੀ ਜ਼ਿਆਦਾ ਠੰਡ ਹੋ ਜਾਂਦੀ ਹੈ ਔਰ ਫਿਰ ਸੈਮ ਤੈਅ ਕਰਦਾ ਹੈ ਕਿ ਅਗਲੀ ਸਵੇਰ ਇੱਥੋਂ ਨਿਕਲ ਜਾਵੇਗਾ ਕਿਉਂਕਿ ਉਹਦੇ ਕੋਲੋਂ ਗਰਮੀ ਬਰਦਾਸ਼ਤ ਨਹੀਂ ਹੋ ਰਹੀ ਹੁੰਦੀ ਔਰ ਅਗਲੀ ਸਵੇਰ ਜਿਸ ਟਾਈਮ ਉਹ ਜਾਣੇ ਦੀ ਤਿਆਰੀ ਕਰ ਰਿਹਾ ਹੁੰਦਾ ਹੈ ਔਰ ਉੱਥੇ ਉਹਨੂੰ ਐਡਲੀ ਵੇਖ ਲੈਂਦੀ ਹੈ। ਫਿਰ ਉਹ ਆਪਣੇ ਸਾਥੀ ਮੋਇਸਸ ਨੂੰ ਦੱਸਦੀ ਹੈ ਉਹ ਬੰਦਾ ਜਿਹਨੇ ਸਾਡੇ ਸਾਰੇ ਬੰਦਿਆਂ ਨੂੰ ਮਾਰਿਆ ਉਹ ਸਾਡੇ ਤੋਂ ਜ਼ਿਆਦਾ ਦੂਰ ਨਹੀਂ ਹੈ, ਉਹ ਸਾਡੇ ਕੋਲ ਹੀ ਹੈ। ਲੇਕਿਨ ਸੈਮ ਨਿਕਲਣੇ ਦੀ ਤਿਆਰੀ ਕਰ ਰਿਹਾ ਹੁੰਦਾ ਹੈ ਔਰ ਉਹਦਾ ਡੌਗ ਟਰੈਕਰ ਸੋ ਰਿਹਾ ਹੁੰਦਾ ਹੈ ਔਰ ਅਚਾਨਕ ਚੌਂਕ ਕੇ ਉੱਠ ਜਾਂਦਾ ਹੈ ਔਰ ਉਸ ਤਰਫ ਦੌੜਨਾ ਸ਼ੁਰੂ ਕਰ ਦਿੰਦਾ ਜਿਸ ਤਰਫ ਮੋਇਸਸ ਔਰ ਐਡਲੀ ਹੁੰਦੇ ਨੇ ਔਰ ਸੈਮ ਵੀ ਆਪਣੀ ਗਨ ਲੈ ਕੇ ਉਹਦੇ ਪਿੱਛੇ ਆ ਜਾਂਦਾ ਹੈ। ਜਿਸ ਟਾਈਮ ਟਰੈਕਰ ਨਾਲ ਉੱਥੇ ਉਹ ਪਹੁੰਚਦਾ ਔਰ ਉੱਥੇ ਜਾ ਕੇ ਵੇਖਦਾ ਕਿ ਉੱਥੇ ਇੱਕ ਟੈਡੀ ਬੇਅਰ ਹੈ ਜਿਹਦੇ ਵਿੱਚੋਂ ਮਿਊਜ਼ਿਕ ਔਰ ਇੱਕ ਬੱਚੇ ਦੀ ਆਵਾਜ਼ ਆ ਰਹੀ ਹੈ ਔਰ ਸੈਮ ਸਮਝ ਜਾਂਦਾ ਕਿ ਉਹ ਦੋ ਲੋਕ ਜਿਹੜੇ ਕਿ ਬਚ ਗਏ ਨੇ ਉਹਨਾਂ ਨੇ ਸੈਮ ਨੂੰ ਬੇਵਕੂਫ ਬਣਾਉਣ ਵਾਸਤੇ ਪਲਾਨ ਬਣਾਇਆ ਹੈ ਔਰ ਫਿਰ ਉਹ ਆਪਣੀ ਗੱਡੀ ਦੀ ਤਰਫ ਵੇਖਦਾ ਹੈ ਔਰ ਵੇਖਦਾ ਹੈ ਕਿ ਉਹ ਦੋਵੇਂ ਦੇ ਦੋਵੇਂ ਉਹਦੀ ਗੱਡੀ ਦੀ ਤਰਫ ਦੌੜ ਰਹੇ ਹੁੰਦੇ ਨੇ ਔਰ ਉਹ ਦੂਰੋਂ ਉਹਨਾਂ ਤੇ ਗੋਲੀਆਂ ਵੀ ਚਲਾਉਂਦਾ ਲੇਕਿਨ ਉਹਨਾਂ ਨੂੰ ਗੋਲੀ ਨਹੀਂ ਲੱਗਦੀ ਔਰ ਹੁਣ ਟਰੈਕਰ ਵੀ ਗੱਡੀ ਦੀ ਤਰਫ ਦੌੜਨਾ ਸ਼ੁਰੂ ਕਰ ਦਿੰਦਾ ਹੈ ਔਰ ਫਿਰ ਮੋਇਸਸ ਲਗਾਤਾਰ ਗੱਡੀ ਨੂੰ ਖੋਲਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਔਰ ਇਸ ਤੋਂ ਪਹਿਲਾਂ ਟਰੈਕਰ ਉਹਨਾਂ ਦੇ ਕੋਲੇ ਪਹੁੰਚਦਾ ਇਹ ਗੱਡੀ ਦਾ ਦਰਵਾਜ਼ਾ ਖੋਲ ਕੇ ਉਹਦੇ ਅੰਦਰ ਬਹਿ ਜਾਂਦੇ ਨੇ। ਮੋਇਸਸ ਬੜੀ ਮੁਸ਼ਕਲ ਦੇ ਨਾਲ ਗੱਡੀ ਨੂੰ ਸਟਾਰਟ ਕਰਦਾ ਔਰ ਇੱਥੋਂ ਹੀ ਨਿਕਲ ਜਾਂਦੇ ਨੇ ਔਰ ਮੋਇਸਸ ਕਹਿੰਦਾ ਕਿ ਮੈਂ ਹੁਣ ਗੱਡੀ ਸਿੱਧੀ ਸ਼ਿਕਾਗੋ ਰੋਕਾਂਗਾ ਔਰ ਸਾਨੂੰ ਕੋਈ ਵੀ ਨਹੀਂ ਫੜ ਸਕਦਾ ਔਰ ਫਿਰ ਅਚਾਨਕ ਐਡਲੀ ਦੇ ਕੰਧੇ ਤੇ ਗੋਲੀ ਲੱਗਦੀ ਹੈ ਔਰ ਇਹਨਾਂ ਦੀ ਗੱਡੀ ਦਾ ਬੈਲੈਂਸ ਖਰਾਬ ਹੋ ਜਾਂਦਾ ਹੈ ਜਿਹਦੀ ਵਜ੍ਹਾ ਤੋਂ ਗੱਡੀ ਪੂਰੀ ਤਰ੍ਹਾਂ ਉਲਟ ਜਾਂਦੀ ਹੈ ਲੇਕਿਨ ਮੋਇਸਸ ਔਰ ਐਡਲੀ ਬਚ ਜਾਂਦੇ ਨੇ, ਇਹਨਾਂ ਨੂੰ ਕੋਈ ਸੱਟ ਨਹੀਂ ਲੱਗਦੀ ਔਰ ਉਹ ਐਡਲੀ ਨੂੰ ਲੈ ਕੇ ਇੱਕ ਕੈਟਲਸ ਦੇ ਪੌਦੇ ਦੇ ਥੱਲੇ ਬਾ ਦਿੰਦਾ ਹੈ ਔਰ ਉਹ ਗੱਡੀ 'ਚ ਫਸਟ ਐਡ ਕਿਟ ਵੀ ਲਿਆਇਆ ਹੁੰਦਾ ਔਰ ਉਹ ਜਿਸ ਟਾਈਮ ਉਸ ਬਾਕਸ ਨੂੰ ਖੋਲਦਾ ਹੈ ਔਰ ਉਹਦੇ ਅੰਦਰ ਵੇਖਦਾ ਹੈ ਇੱਕ ਫਲੇਅਰ ਗਨ ਔਰ ਦੋ ਗੋਲੀਆਂ ਲੱਭਦੀਆਂ ਨੇ। ਉਹ ਐਡਲੀ ਨੂੰ ਕਹਿੰਦਾ ਕਿ ਮੈਂ ਤੈਨੂੰ ਇੱਥੇ ਛੱਡ ਕੇ ਜਾ ਰਿਹਾ ਕਿਉਂਕਿ ਤੂੰ ਜ਼ਖਮੀ ਹੈ, ਤੂੰ ਚੱਲ ਨਹੀਂ ਸਕਦੀ ਹੈ ਔਰ ਐਡਲੀ ਉਹਨੂੰ ਕਹਿੰਦੀ ਕਿ ਤੂੰ ਮੈਨੂੰ ਛੱਡ ਕੇ ਨਾ ਜਾ, ਤੂੰ ਅਗਰ ਛੱਡ ਕੇ ਮੈਨੂੰ ਟੁਰ ਗਿਆ ਤੇ ਉਹ ਮੈਨੂੰ ਮਾਰ ਦੇਵੇਗਾ ਔਰ ਮੋਇਸਸ ਉਹਨੂੰ ਕਹਿੰਦਾ ਕਿ ਅਗਰ ਮੈਂ ਵੀ ਇੱਥੇ ਰੁਕਿਆ ਤਾਂ ਉਹ ਸਾਨੂੰ ਦੋਵਾਂ ਨੂੰ ਇੱਥੇ ਮਾਰ ਦੇਵੇਗਾ, ਮੇਰਾ ਇੱਕ ਬੇਟਾ ਔਰ ਮੈਂ ਉਹਦੇ ਕੋਲੇ ਪਹੁੰਚਣਾ ਚਾਹੁੰਦਾ ਹਾਂ ਔਰ ਮੋਇਸਸ ਐਡਲੀ ਨੂੰ ਉੱਥੇ ਛੱਡ ਕੇ ਫਲੇਅਰ ਗਨ ਲੈ ਕੇ ਨਿਕਲ ਜਾਂਦਾ ਹੈ। ਦੂਸਰੀ ਸਾਈਡ ਵਿਖਾਉਂਦੇ ਨੇ ਕਿ ਸੈਮ ਟਰੱਕ ਕੋਲੇ ਪਹੁੰਚ ਗਿਆ ਹੁੰਦਾ ਹੈ ਲੇਕਿਨ ਉਹਨੂੰ ਉੱਥੇ ਉਹ ਦੋਵੇਂ ਨਹੀਂ ਲੱਭਦੇ ਔਰ ਹੁਣ ਉਹ ਉਸ ਸਾਈਡ ਜਾਣਾ ਸ਼ੁਰੂ ਕਰ ਦਿੰਦਾ ਜਿੱਥੇ ਐਡਲੀ ਹੁੰਦੀ ਹੈ। ਲੇਕਿਨ ਇਸ ਤੋਂ ਪਹਿਲਾਂ ਕਿ ਉਹ ਐਡਲੀ ਕੋਲੇ ਪਹੁੰਚਦੇ ਉਹਨੂੰ ਆਸਮਾਨ 'ਚ ਫਲੇਅਰ ਗਨ ਦਾ ਸ਼ਾਟ ਨਜ਼ਰ ਆਉਂਦਾ ਹੈ ਜਿਹੜਾ ਕਿ ਮੋਇਸਸ ਨੇ ਚਲਾਇਆ ਹੁੰਦਾ ਹੈ ਕਿਉਂਕਿ ਉਹਨੂੰ ਪਤਾ ਹੁੰਦਾ ਹੈ ਕਿ ਇਹ ਐਡਲੀ ਕੋਲੇ ਪਹੁੰਚ ਜਾਣਗੇ ਕਿਉਂਕਿ ਉਹ ਟਰੱਕ ਤੋਂ ਬਹੁਤ ਜ਼ਿਆਦਾ ਦੂਰ ਨਹੀਂ ਹੁੰਦੀ ਔਰ ਫਿਰ ਸੈਮ ਆਪਣੇ ਡੌਗ ਨੂੰ ਕਹਿੰਦਾ ਕਿ ਉਸ ਲੜਕੀ ਨੂੰ ਛੱਡ, ਉਹ ਜ਼ਖਮੀ ਹੈ ਔਰ ਉਹ ਜ਼ਿਆਦਾ ਦੇਰ ਤੱਕ ਜ਼ਿੰਦਾ ਨਹੀਂ ਰਹੇਗੀ, ਜਾ ਔਰ ਉਸ ਬੰਦੇ ਦਾ ਪਿੱਛਾ ਕਰ।
ਕਰ। ਔਰ ਟਰੈਕਰ ਸੈਮ ਦੀ ਗੱਲ ਮੰਨਦਾ ਹੈ ਔਰ ਮੋਇਸਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਹੈ ਔਰ ਮੋਇਸਸ ਦੌੜਦਾ ਹੋਇਆ ਕੈਟਸ ਦੇ ਪੌਦਿਆਂ ਵਿੱਚ ਛੁਪ ਜਾਂਦਾ ਹੈ ਔਰ ਜਿਸ ਟਾਈਮ ਟਰੈਕਰ ਉਹਦੇ ਕੋਲ ਆਂਦਾ ਹੈ ਉਹ ਫਾਇਰ ਗਨ ਦੇ ਨਾਲ ਉਹਦੇ ਤੇ ਅਟੈਕ ਕਰ ਦਿੰਦਾ ਹੈ, ਜਿਹਦੇ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਔਰ ਫਿਰ ਮੋਇਸਸ ਉੱਥੋਂ ਨਿਕਲ ਜਾਂਦਾ ਹੈ ਔਰ ਸੈਮ ਜਿਸ ਟਾਈਮ ਉੱਥੇ ਜਾਂਦਾ ਹੈ ਔਰ ਵੇਖਦਾ ਹੈ ਕਿ ਉਹਦਾ ਸਭ ਤੋਂ ਪਿਆਰਾ ਡੌਗ ਜਿਹਦੇ ਨਾਲ ਉਹ ਬਹੁਤ ਜ਼ਿਆਦਾ ਪਿਆਰ ਕਰਦਾ ਹੈ, ਉਹ ਆਪਣੀ ਜ਼ਿੰਦਗੀ ਦੀ ਆਖਰੀ ਸਾਹਾਂ ਲੈ ਰਿਹਾ ਹੁੰਦਾ ਹੈ, ਉਹ ਤੜਪ ਰਿਹਾ ਹੁੰਦਾ ਹੈ। ਇਸੇ ਵਾਸਤੇ ਨਾ ਚਾਹੁੰਦਿਆਂ ਹੋਇਆਂ ਵੀ ਉਹਨੂੰ ਆਪਣੇ ਟਰੈਕਰ ਨੂੰ ਗੋਲੀ ਮਾਰਨਾ ਪੈਂਦੀ ਹੈ ਔਰ ਇਸ ਵਜ੍ਹਾ ਤੋਂ ਉਹ ਦਰਦ ਨਾਲ ਗੁੱਸੇ ਨਾਲ ਰੋਣ ਲੱਗ ਜਾਂਦਾ ਹੈ ਔਰ ਹੁਣ ਉਹ ਕਿਸੇ ਵੀ ਕੀਮਤ 'ਚ ਮੋਇਸਸ ਨੂੰ ਖਤਮ ਕਰਨਾ ਚਾਹੁੰਦਾ ਹੈ। ਇਸੇ ਵਾਸਤੇ ਉਹਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਹੈ ਔਰ ਉਹ ਮੋਇਸਸ ਤੇ ਗੋਲੀ ਵੀ ਚਲਾਉਂਦਾ ਹੈ ਔਰ ਵੇਖਦਾ ਹੈ ਕਿ ਉਹ ਪਹਾੜੀ ਦੇ ਉੱਤੇ ਚੜ ਰਿਹਾ ਹੁੰਦਾ ਹੈ ਔਰ ਸੈਮ ਵੀ ਉਸ ਪਹਾੜੀ ਦੇ ਉੱਤੇ ਪਹੁੰਚ ਜਾਂਦਾ ਹੈ ਔਰ ਮੋਇਸਸ ਉੱਥੇ ਪਿੱਛੇ ਇੱਕ ਚਟਾਨ ਤੇ ਛੁਪਿਆ ਹੁੰਦਾ ਹੈ, ਲੇਕਿਨ ਸੈਮ ਨੂੰ ਨਜ਼ਰ ਨਹੀਂ ਆਉਂਦਾ। ਲੇਕਿਨ ਜਿਸ ਟਾਈਮ ਮੋਇਸਸ ਨੂੰ ਮੌਕਾ ਮਿਲਦਾ ਹੈ ਉਹਨੂੰ ਲੈ ਕੇ ਤੇ ਚਟਾਨ ਤੋਂ ਥੱਲੇ ਕੁੱਦ ਜਾਂਦਾ ਹੈ ਔਰ ਦੋਵੇਂ ਦੇ ਦੋਵੇਂ ਥੱਲੇ ਡਿੱਗਣੇ ਦੀ ਵਜ੍ਹਾ ਤੋਂ ਜ਼ਖਮੀ ਹੋ ਜਾਂਦੇ ਨੇ। ਲੇਕਿਨ ਸੈਮ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ ਕਿਉਂਕਿ ਉਹਦੇ ਪੈਰ ਦੀ ਹੱਡੀ ਟੁੱਟ ਗਈ ਹੁੰਦੀ ਹੈ ਔਰ ਨਾਲ ਹੀ ਉਹਦੀ ਰਾਈਫਲ ਵੀ ਉਹਦੇ ਤੋਂ ਦੂਰ ਹੁੰਦੀ ਹੈ। ਜਿਸ ਟਾਈਮ ਉਹ ਆਪਣੀ ਰਾਈਫਲ ਨਾਲ ਜਾ ਰਿਹਾ ਹੁੰਦਾ ਹੈ ਮੋਇਸਸ ਜਲਦੀ ਨਾਲ ਉੱਠ ਕੇ ਰਾਈਫਲ ਨੂੰ ਚੁੱਕ ਲੈਂਦਾ ਹੈ ਔਰ ਉਹਦੇ ਤੇ ਉਹਦੀ ਹੀ ਰਾਈਫਲ ਤਾਣ ਦਿੰਦਾ ਹੈ। ਮੋਇਸਸ ਉਹਨੂੰ ਕਹਿੰਦਾ ਕਿ ਤੂੰ ਸਾਨੂੰ ਸਾਰਿਆਂ ਨੂੰ ਇੰਜ ਮਾਰਿਆ ਕਿ ਜਿਸ ਤਰ੍ਹਾਂ ਅਸੀਂ ਸਾਰੇ ਜਾਨਵਰ ਹਾਂ ਔਰ ਫਿਰ ਸੈਮ ਉਹਦੇ ਕੋਲੋਂ ਮਾਫੀ ਮੰਗਦਾ ਹੈ, ਮੇਰੀ ਜਾਨ ਨਾ ਲਈ, ਮੈਨੂੰ ਨਾ ਮਾਰੀ। ਮੋਇਸਸ ਕਹਿੰਦਾ ਕਿ ਹਾਂ ਮੈਂ ਤੈਨੂੰ ਗੋਲੀ ਨਹੀਂ ਮਾਰਾਂਗਾ, ਤੈਨੂੰ ਇਹ ਬੀਅਰਡ ਸੁਨਸਾਨ ਵੀਰਾਨ ਜਗ੍ਹਾ ਆਪੂ ਹੀ ਮਾਰ ਦੇਵੇਗੀ ਔਰ ਮੋਇਸਸ ਉੱਥੋਂ ਜਾਣ ਲੱਗਦਾ ਹੈ ਔਰ ਸੈਮ ਉਹਦੇ ਅੱਗੇ ਮਦਦ ਵਾਸਤੇ ਗਿੜਗਿੜਾਉਂਦਾ ਹੈ, ਲੇਕਿਨ ਮੋਇਸਸ ਉਹਦੀ ਗੱਲ ਨਹੀਂ ਸੁਣਦਾ ਔਰ ਉਹ ਉੱਥੋਂ ਸਿੱਧਾ ਐਡਲੀ ਦੇ ਕੋਲ ਜਾਂਦਾ ਹੈ ਜਿਹੜੀ ਕਿ ਆਪਣੀ ਜ਼ਿੰਦਗੀ ਦੀ ਆਖਰੀਆਂ ਸਾਹਾਂ ਲੈ ਰਹੀ ਹੁੰਦੀ ਹੈ, ਲਗਭਗ ਯਾਨੀ ਬੇਹੋਸ਼ ਹੋ ਗਈ ਹੁੰਦੀ ਹੈ ਔਰ ਮੋਇਸਸ ਉਹਨੂੰ ਆਪਣੇ ਕੰਧਾਂ ਤੇ ਚੁੱਕਦਾ ਔਰ ਕਹਿੰਦਾ ਕਿ ਤੈਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਅਸੀਂ ਕੁਝ ਹੀ ਦੇਰ 'ਚ ਇੱਥੋਂ ਨਿਕਲ ਜਾਵਾਂਗੇ ਔਰ ਉਹ ਐਡਲੀ ਨੂੰ ਆਪਣੇ ਕੰਧਾਂ ਤੇ ਚੁੱਕ ਕੇ ਇੱਥੋਂ ਨਿਕਲਣਾ ਸ਼ੁਰੂ ਕਰ ਦਿੰਦਾ ਹੈ ਔਰ ਸੋਲਟ ਲੀਕ ਤੋਂ ਗੁਜ਼ਰਦਾ ਹੋਇਆ ਉਹ ਅੱਗੇ ਜਾਂਦਾ ਹੈ ਔਰ ਪੂਰਾ ਦਿਨ ਚੱਲਣੇ ਤੋਂ ਬਾਅਦ ਉਹ ਵੇਖਦਾ ਕਿ ਸਾਹਮਣੇ ਗੱਡੀਆਂ ਦੀ ਰੋਸ਼ਨੀ ਨਜ਼ਰ ਆ ਰਹੀ ਹੁੰਦੀ ਹੈ, ਯਾਨੀ ਕਿ ਉਹ ਹਾਈਵੇ ਦੇ ਕੋਲੇ ਪਹੁੰਚ ਗਏ ਨੇ ਔਰ ਹਾਈਵੇ ਦੇ ਕੋਲੇ ਪਹੁੰਚਣਾ ਦਾ ਮਤਲਬ ਕਿ ਆਪਣੀ ਮੰਜ਼ਿਲ ਕੋਲੇ ਪਹੁੰਚਣਾ ਹੈ ਔਰ ਇੱਥੇ ਇਹ ਕਹਾਣੀ ਇਹ ਫਿਲਮ ਖਤਮ ਹੋ ਜਾਂਦੀ ਹੈ ਔਰ ਇਹ ਇੱਕ ਸਪੈਨਿਸ਼ ਫਿਲਮ ਹੈ ਜਿਹਨੂੰ ਕਿ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਔਰ ਇਹ ਫਿਲਮ 2015 ਚ ਰਿਲੀਜ਼ ਹੋਈ ਸੀ ਔਰ ਇਸ ਫਿਲਮ ਦੀ ਰੇਟਿੰਗ ਹੈ 6 ਔਰ ਉਮੀਦ ਕਰਨਾ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਥੈਂਕ ਯੂ ਫॉर ਵਾਚਿੰਗ, ਬਾਏ ਬਾਏ, ਖੁਦਾ ਹਾਫਿਜ਼।